Hello dear students, welcome you all in the session of Smart Learning. I am Jaspreet Singh, English Master. Today I am going to launch a new video series that is for English subject for class 10th. In this video series, I am going to explain all the simplified material related to English subject for students who are below 50 or average students or students who need an easy content of English subject for their final exams. So first of all students, how can you download this simplified material that is available on your Punjab Educare app? So first of all, you go to Punjab Educare app, then Students Corner, then click on Secondary Wing, then click on 10th class, then choose your subject English and then download simplified material with reduced syllabus. ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਬੁੱਕਲੇਟ ਖੁੱਲ ਜਾਵੇਗੀ ਜੋ ਕਿ 10ਵੀਂ ਕਲਾਸ ਦੇ ਇੰਗਲਿਸ਼ ਸਬਜੈਕਟ ਨਾਲ ਰਿਲੇਟਡ ਹੋਵੇਗੀ ਅਤੇ ਇਸ ਦੇ ਕੁੱਲ 38 ਪੇजेस ਹੋਣਗੇ। ਇਹ 38 ਪੇजेस ਤੁਹਾਡਾ ਪੂਰਾ ਸਿਲੇਬਸ ਇੰਗਲਿਸ਼ ਦਾ ਜੋ ਕਿ ਕੰਪਲੀਟ ਕਰਨਗੇ ਤਾਂ ਕਿ ਇਤਨਾ ਇਸ ਸਿੰਪਲੀਫਾਈਡ ਮਟੀਰੀਅਲ ਤੋਂ ਤਿਆਰੀ ਕਰਕੇ ਤੁਸੀਂ ਆਪਣੇ एग्जाम ਦੇ ਵਿੱਚ ਅੱਛੇ ਨੰਬਰਾਂ ਨਾਲ ਪਾਸ ਹੋ ਸਕੋ ਅਤੇ ਮਿਸ਼ਨ 100% ਨੂੰ ਅਸੀਂ ਸਫਲਤਾਪੂਰਵਕ ਨੇਪਰੇ ਚਾੜ ਸਕੀਏ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅਸੀਂ ਅੱਜ ਦੀ ਇਸ ਸੈਸ਼ਨ ਨੂੰ ਸ਼ੁਰੂ ਕਰਦੇ ਹਾਂ ਜੀ। ਸੋ ਡੀਅਰ ਸਟੂਡੈਂਟਸ, ਫਸਟ ਆਫ ਆਲ ਵੀ ਵਿਲ ਡੂ ਦਾ ਫਸਟ ਲੈਸਨ ਆਫ ਦਾ ਮੇਨ ਕੋਰਸ। ਦ ਨੇਮ ਆਫ ਦਾ ਲੈਸਨ ਇਜ਼ ਦ ਹੈਪੀ ਪ੍ਰਿੰਸ। ਇਟ ਇਜ਼ very important lesson. This lesson is written by Oscar Wilde, a prominent English writer. Now first of all we are going to move further objective type questions. ਇਹ objective type question ਤੁਹਾਨੂੰ ਪੇਪਰ ਦੇ ਵਿੱਚ 10 ਨੰਬਰ ਦੇ ਆਉਣਗੇ। 10 ਕੁਐਸਚਨ ਹੋਣਗੇ। ਸਾਰੇ ਲੈਸਨ ਦੇ ਵਿੱਚੋਂ ਇਹ ਲੈਤੇ ਜਾਂਦੇ ਹੁੰਦੇ ਨੇ ਤੇ ਇਸ ਲੈਸਨ ਦੇ ਵਿੱਚੋਂ ਵੀ ਬੜੇ ਇੰਪੋਰਟੈਂਟ ਕੁਐਸਚਨਸ ਪੇਪਰ ਦੇ ਵਿੱਚ ਤੁਹਾਨੂੰ ਡੈਫੀਨੇਟਲੀ ਵੇਖਣ ਨੂੰ ਮਿਲਣਗੇ ਹੀ ਮਿਲਣਗੇ। ਸੋ ਫਸਟ ਕੁਐਸਚਨ, the drops were coming from the ਆਈਜ਼ ਆਫ ਦਾ ਹੈਪੀ ਪ੍ਰਿੰਸ। ਇਹ ਬੇਟਾ ਫਿਲ ਇਨ ਦੀ ਬਲੈਂਕ ਅਕਸਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਤੁਹਾਨੂੰ 4 ਆਪਸ਼ਨ ਦੇ ਦਿੱਤੇ ਜਾਂਦੇ ਹਨ ਤਾਂ ਜੀ ਉਹਦੇ ਵਿੱਚ ਇੱਕ ਸਟੈਚੂ ਦਾ ਆਪਸ਼ਨ ਵੀ ਹੁੰਦਾ, ਇੱਕ ਆਈਜ਼ ਦਾ ਆਪਸ਼ਨ ਵੀ ਹੁੰਦਾ ਹੈਗਾ ਤੇ 2 ਅਲੱਗ ਤਰ੍ਹਾਂ ਦੇ ਹੋਰ ਆਪਸ਼ਨ ਵੀ ਹੋਣਗੇ। ਤਾਂ ਜੀ ਤਾਂ ਤੁਸੀਂ ਆਨਸਰ ਇਹਦਾ ਬਿਲਕੁਲ ਕੀ ਸਹੀ ਮਾਰਕ ਕਰਨਾ, ਕੀ ਫਿਲ ਕਰਨਾ ਤੁਸੀਂ। ਦ ਡ੍ਰੌਪਸ ਵਰ ਕਮਿੰਗ ਫਰੋਮ ਦਾ ਆਈਜ਼ ਆਫ ਦਾ ਹੈਪੀ ਪ੍ਰਿੰਸ। ਜਿਹੜੇ ਕਿ ਬੂੰਦਾਂ ਸੀ ਪਾਣੀ ਦੀਆਂ ਉਹ ਕਿੱਥੋਂ ਨਿਕਲ ਆ ਰਹੀਆਂ ਸਨ? ਹੈਪੀ ਪ੍ਰਿੰਸ ਦੀਆਂ ਅੱਖਾਂ ਦੇ ਵਿੱਚੋਂ, ਭਾਵ ਉਹ ਰੋ ਰਿਹਾ ਸੀ। ਸੈਕੰਡ ਕੁਐਸਚਨ, ਦ ਸਨ ਆਫ ਦਾ ਸੀਮਸਟ੍ਰੈਸ ਵਾਜ਼ ਕ੍ਰਾਈਂਗ ਬਿਕੋਜ਼ ਹੀ ਵਾਂਟਡ ਟੂ ਗੋ ਟੂ ਇਜਿਪਟ। ਕਹਿੰਦੇ ਜਿਹੜਾ ਸੀਮਸਟ੍ਰੈਸ ਜਿਹੜੀ ਉਹ ਦਰਜਨ ਸੀਗੀ, ਠੀਕ ਆ ਜੀ, ਉਸ ਦਾ ਜਿਹੜਾ ਬੱਚਾ ਸੀ ਉਹ ਤਾਂ ਰੋ ਰਿਹਾ ਸੀ ਕਿਉਂਕਿ ਉਸਨੇ ਇਜਿਪਟ ਦੇ ਵਿੱਚ ਜਾਣਾ ਸੀ। ਇਹ ਬਿਲਕੁਲ ਗਲਤ ਹੈ ਜੀ, ਫਾਲਸ ਇਹਦਾ ਆਨਸਰ ਆਵੇਗਾ ਕਿਉਂਕਿ ਇਜਿਪਟ ਵਿੱਚ ਕਿਸ ਨੇ ਜਾਣਾ ਸੀਗਾ? ਇਜਿਪਟ ਤਾਂ ਸਵੈਲੋ ਨੇ ਜਾਣਾ ਸੀ, ਉਸ ਅਬਾਬੀਲ ਪੰਛੀ ਨੇ ਜਾਣਾ ਸੀ, ਨਾ ਕਿ ਇਸ ਬੱਚੇ ਨੇ। ਇਹ ਬੱਚਾ ਕਾਹਤੋਂ ਰੋ ਰਿਹਾ ਸੀ? ਬਿਕੋਜ਼ ਹੀ ਹੈਡ ਫੀਵਰ, ਉਸਨੂੰ ਬੁਖਾਰ ਸੀ। ਤੇ ਸੈਕੰਡਲੀ ਹੀ ਵਾਜ਼ ਬੈਗਿੰਗ ਫॉर ਔਰੇਂਜਸ। ਠੀਕ ਹੈ, ਉਹ ਔਰੇਂਜਸ ਮੰਗ ਰਿਹਾ ਸੀਗਾ। ਕੀ ਮੰਗ ਰਿਹਾ ਸੀ ਬੇਟਾ? ਉਹ ਔਰੇਂਜ ਮੰਗ ਰਿਹਾ ਸੀ, ਸੰਗਤਰੇ ਮੰਗ ਰਿਹਾ ਸੀ, ਜਿਸ ਕਰਕੇ ਜਿਹੜਾ ਉਹ ਸੀਗਾ ਬੱਚਾ ਸੀ ਰੋ ਰਿਹਾ ਸੀਗਾ। ਅਸੀਂ ਤੀਸਰੇ ਕੁਐਸਚਨ ਵੱਲ ਮੂਵ ਕਰਦੇ ਹਾਂ। ਦ ਪੂਅਰ ਸੀਮਸਟ੍ਰੈਸ ਵਾਜ਼ ਗਿਵਨ ਦ ਰੂਬੀ ਬਾਏ ਦਾ ਸਵੈਲੋ। ਠੀਕ ਆ ਜੀ, ਪੂਅਰ ਸੀਮਸਟ੍ਰੈਸ ਨੂੰ ਕੀ ਦਿੱਤਾ ਗਿਆ ਸੀ? ਪੂਅਰ ਸੀਮਸਟ੍ਰੈਸ ਨੂੰ ਰੂਬੀ ਦਿੱਤੀ ਗਈ ਸੀ। ਤੁਹਾਨੂੰ 4 ਆਪਸ਼ਨ ਇਸ ਤਰ੍ਹਾਂ ਦੇ ਪੇਪਰ ਦੇ ਵਿੱਚ ਦਿੱਤੇ ਜਾਣਗੇ, ਗੋਲਡ, ਸਫਾਇਰ, ਰੂਬੀ ਔਰ ਔਰੇਂਜਸ। ਤਾਂ ਪੂਅਰ ਸੀਮਸਟ੍ਰੈਸ ਨੂੰ ਕੀ ਦਿੱਤਾ ਗਿਆ ਸੀਗਾ? ਹੈਪੀ ਪ੍ਰਿੰਸ ਦੁਆਰਾ ਉਸ ਦੀ ਸਵॉर्ड ਹਿਲਟ ਦੇ ਵਿੱਚੋਂ ਰੂਬੀ ਜੋ ਕਿ ਪਲੱਕ ਆਊਟ ਕੀਤੀ ਗਈ ਸੀ ਸਵੈਲੋ ਦੁਆਰਾ। ਠੀਕ ਆ ਜੀ, ਇਹ ਰੂਬੀ ਕਿੱਥੇ ਲੱਗੀ ਹੋਈ ਸੀ? ਹੈਪੀ ਪ੍ਰਿੰਸ ਦੀ ਸਵॉर्ड ਹਿਲਟ ਦੇ ਵਿੱਚ। ਠੀਕ ਆ ਜੀ, ਸਵॉर्ड ਹਿਲਟ ਕੀ ਹੁੰਦਾ? ਤਲਵਾਰ ਦਾ ਮੁੱਠਾ ਹੁੰਦਾ ਜੀ। ਠੀਕ ਆ, ਤਲਵਾਰ ਦੇ ਮੁੱਠੇ ਦੇ ਵਿੱਚ ਇਹ ਜਿਹੜੀ ਰੂਬੀ ਸੀਗੀ ਲੱਗੀ ਹੋਈ, ਉੱਥੋਂ ਇਹ ਪੱਟ ਕੇ ਜਿਹੜੀ ਸੀਗੀ ਸਵੈਲੋ ਨੇ ਉਸ ਸੀਮਸਟ੍ਰੈਸ ਨੂੰ ਦਿੱਤੀ ਸੀ ਫॉर ਹਰ ਹੈਲਪ। ਓਕੇ, ਨਾਓ ਫੋਰਥ ਕੁਐਸਚਨ, ਹੂ ਆਰਡਰ ਟੂ ਪੁੱਲ ਡਾਊਨ ਦ ਸਟੈਚੂ ਆਫ ਦ ਹੈਪੀ ਪ੍ਰਿੰਸ। ਹੈਪੀ ਪ੍ਰਿੰਸ ਦਾ ਬੁੱਤ ਕਿਸ ਨੇ ਡੇਗਣ ਲਈ ਆਰਡਰ ਦਿੱਤਾ? ਤਾਂ ਇਹਦਾ ਆਨਸਰ ਆਊਗਾ ਮੇਅਰ। ਬੇਟਾ ਕਾਫੀ ਵਾਰ ਪੇਪਰਾਂ ਦੇ ਵਿੱਚ ਇਹ ਕੁਐਸਚਨ ਆਇਆਗਾ। ਤਾਂ ਕਿਸ ਨੇ ਆਰਡਰ ਦਿੱਤਾ ਸੀ? ਮੇਅਰ ਨੇ, ਸ਼ਹਿਰ ਦੇ ਮੇਅਰ ਨੇ ਹੈਪੀ ਪ੍ਰਿੰਸ ਦਾ ਪੁੱਤ ਜਦੋਂ ਬਿਲਕੁਲ ਭੱਦਾ ਲੱਗਣ ਲੱਗ ਗਿਆ ਸੀ ਉਸ ਟਾਈਮ ਉਸਨੂੰ ਆਰਡਰ ਕੀਤਾ ਸੀ।
ਨੈਕਸਟ ਕੁਐਸਚਨ, ਦ ਸਟੈਚੂ ਆਫ ਦ ਹੈਪੀ ਪ੍ਰਿੰਸ ਵਾਜ਼ ਡੈਕੋਰੇਟਡ ਵਿਦ ਡਾਇਮੰਡਸ। ਹੈਪੀ ਪ੍ਰਿੰਸ ਦਾ ਬੁੱਤ ਹੀਰਿਆਂ ਨਾਲ ਜੜਿਆ ਹੋਇਆ ਸੀ। ਇਹ ਬਿਲਕੁਲ ਗਲਤ ਆ ਜੀ। ਹੈਪੀ ਪ੍ਰਿੰਸ ਦਾ ਬੁੱਤ ਗੋਲਡ ਨਾਲ ਡੈਕੋਰੇਟ ਕੀਤਾ ਗਿਆ ਸੀ। ਉਸਦੇ ਉੱਪਰ ਸੁਨਹਿਰੀ ਪੱਤਰੇ, ਫਾਈਨ ਲੀਵਸ ਆਫ ਥਿਨ ਗੋਲਡ, ਠੀਕ ਹੈ ਜੀ, ਬੜੇ ਸੁਨਹਿਰੀ ਪੱਤਰੇ ਚੜਾਏ ਹੋਏ ਸਨ। ਹੀ ਹੈਡ ਬਰਾਈਟ ਸਫਾਇਰਸ ਇਨ ਹਿਜ਼ ਆਈਜ਼, ਉਹਦੀਆਂ ਅੱਖਾਂ ਦੇ ਵਿੱਚ ਸਫਾਇਰਸ ਲੱਗੇ ਸਨ ਤੇ ਇੱਕ ਰੂਬੀ ਲੱਗੀ ਹੋਈ ਸੀ ਉਹਦੀ ਸਵॉर्ड ਹਿਲਟ ਦੇ ਵਿੱਚ, ਠੀਕ ਹੈ ਜੀ। ਇਹ ਯਾਦ ਰੱਖਣਾ ਤੁਸੀਂ ਬੱਚਿਓ, ਬੜਾ ਇੰਪੋਰਟੈਂਟ ਕੁਐਸਚਨ ਆ। ਨੈਕਸਟ 6th ਕੁਐਸਚਨ, ਹੂ ਵਾਜ਼ ਸੈਂਟ ਟੂ ਬ੍ਰਿੰਗ ਦ 2 ਮੋਸਟ ਪ੍ਰੈਸ਼ੀਅਸ ਥਿੰਗਸ ਫਰੋਮ ਦ ਸਿਟੀ। ਪ੍ਰੈਸ਼ੀਅਸ ਹੁੰਦਾ ਬੇਟਾ ਕੀਮਤੀ, ਠੀਕ ਹੈ, ਪ੍ਰੈਸ਼ੀਅਸ ਹੁੰਦਾ ਗਾ ਕੀਮਤੀ। ਸ਼ਹਿਰ ਦੇ ਵਿੱਚੋਂ 2 ਕੀਮਤੀ ਚੀਜ਼ਾਂ ਲਿਆਉਣ ਲਈ ਕਿਸ ਨੂੰ ਭੇਜਿਆ ਗਿਆ? ਹੂ ਲੱਗਿਆ ਹੋਇਆ, ਹੂ ਵਾਜ਼ ਸੈਂਟ ਕਿਸ ਨੂੰ ਭੇਜਿਆ ਗਿਆ? ਤਾਂ ਐਂਜਲ ਨੂੰ ਭੇਜਿਆ ਗਿਆ ਸੀਗਾ। ਐਂਜਲਸ ਹੁੰਦੇ ਨੇ ਦੂਤ, ਠੀਕ ਹੈ ਜੀ। ਐਂਜਲ ਆਪਾਂ ਕਹਿ ਦਿੰਦੇ ਆ, ਦੇਵਤੇ ਵੀ ਕਹਿ ਦਿੰਦੇ ਆ, ਦੂਤ ਵੀ ਕਹਿ ਦਿੰਦੇ ਆ, ਪਰਮਾਤਮਾ ਦੇ ਦੂਤ। ਭੇਜਿਆ ਕਿਸ ਨੇ ਸੀਗਾ? ਗੋਡ ਨੇ ਭੇਜਿਆ ਸੀ। ਪਰ ਭੇਜਿਆ ਕਿਸ ਨੂੰ ਭੇਜਿਆ ਸੀ? ਦੈਟ ਇਜ਼ ਆਂਸਰ ਆਊਗਾ ਐਂਜਲ ਨੂੰ। ਕਈ ਬੱਚੇ ਗੋਡ ਵੀ ਮਾਰਕ ਕਰ ਆਉਂਦੇ ਨੇ ਜੋ ਕਿ ਗਲਤ ਹੋ ਜਾਂਦਾ। ਨੈਕਸਟ ਕੁਐਸਚਨ 7th, ਦ ਮੈਨ ਇਨ ਦ ਗੈਰਟ ਵਾਜ਼ ਰਾਈਟਿੰਗ ਏ ਪਲੇ, ਠੀਕ ਹੈ ਜੀ। ਗੈਰਟ ਦੇ ਵਿੱਚ ਜਿਹੜਾ ਕਿ ਉਸ ਚੁਬਾਰੇ ਦੇ ਵਿੱਚ ਬੈਠਾ ਸੀਗਾ ਉਹ ਪਲੇ ਰਾਈਟਰ ਸੀਗਾ ਤੇ ਉਹ ਕੀ ਲਿਖ ਰਿਹਾ ਸੀ? ਪਲੇ ਲਿਖ ਰਿਹਾ ਸੀਗਾ, ਠੀਕ ਹੈ ਜੀ। ਤਾਂ ਇਹ 7 ਕੁਐਸਚਨ ਇੰਪੋਰਟੈਂਟ ਕੁਐਸਚਨਸ ਨੇ ਓਬਜੈਕਟਿਵ ਟਾਈਪ, ਜਿਹੜੇ ਕਿ ਅਕਸਰ ਹੀ ਇਸ ਪਾਠ ਦੇ ਵਿੱਚੋਂ, ਇਸ ਲੈਸਨ ਦੇ ਵਿੱਚੋਂ ਬਣ ਜਾਂਦੇ ਨੇ। ਅਸੀਂ ਹੁਣ ਅੱਗੇ ਵਧਦੇ ਹਾਂ ਜੀ। ਟਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ, ਇਹ ਵਾਲਾ ਸੈਕਸ਼ਨ ਅਸੀਂ ਕਰਨ ਜਾ ਰਹੇ ਹਾਂ। ਪੇਪਰ ਦੇ ਵਿੱਚ ਟਰਾਂਸਲੇਸ਼ਨ ਤੁਹਾਨੂੰ ਇਹ ਜੋ ਇੰਗਲਿਸ਼ ਟੂ ਪੰਜਾਬੀ ਦੀ ਟਰਾਂਸਲੇਸ਼ਨ ਹੈ, ਇਹ ਤੁਹਾਨੂੰ ਮੇਨ ਕੋਰਸ ਦੇ ਵਿੱਚੋਂ, ਤੁਹਾਡੀ ਮੇਨ ਕੋਰਸ ਦੀ ਬੁੱਕ ਦੇ ਵਿੱਚੋਂ ਹੀ ਆਉਂਦੀ ਹੈ, ਜਿੰਨੇ ਵੀ ਤੁਹਾਡੇ ਲੈਸਨ ਹਨ। ਤਾਂ ਇਸ ਪਾਰਟ ਦੇ ਵਿੱਚੋਂ ਕਾਫੀ ਸੈਂਟੈਂਸ ਪੁੱਛੇ ਜਾਂਦੇ ਹੁੰਦੇ ਨੇ, ਤਾਂ ਆਪਾਂ ਉਹਨਾਂ ਬਾਰੇ ਅੱਜ ਰੀਡ ਕਰਾਂਗੇ। ਫਸਟ ਸੈਂਟੈਂਸ, ਵਾਈ ਆਰ ਯੂ ਵੀਪਿੰਗ ਦੈਨ। ਤਾਂ ਇਹਦਾ ਕੀ ਆਊਗਾ? ਫਿਰ ਤੁਸੀਂ ਰੋ ਕਿਉਂ ਰਹੇ ਹੋ। ਦੇਖੋ ਇਹਦੇ 'ਚ ਨਾ ਸਮਝਣ ਵਾਲੀਆਂ ਗੱਲਾਂ ਨੇ। ਇੱਕ ਫਸਟ ਆਫ ਆਲ ਤੁਹਾਨੂੰ ਇੱਕ ਸੈਂਟੈਂਸ ਇੰਗਲਿਸ਼ ਦਾ ਦੇ ਕੇ ਤਾਂ ਅੱਗੇ 4 ਆਪਸ਼ਨ ਉਹਨਾਂ ਦੇ ਪੰਜਾਬੀ ਦੇ ਵਿੱਚ ਪੇਪਰ ਦੇ ਵਿੱਚ ਦਿੱਤੇ ਜਾਣਗੇ, ਤਾਂ ਤੁਸੀਂ ਇੱਕ ਚੂਜ਼ ਕਰਨਾ ਹੋਊ। ਕਨਫਿਊਜ਼ ਕਿੱਥੇ ਕਰਦੇ ਹੋ ਬੇਟਾ? ਇੱਥੇ ਤੁਸੀਂ ਦੇਖੋ ਇਹਨਾਂ ਨੇ, ਕਿਉਂਕਿ ਇੱਥੇ ਆਰ ਲੱਗਿਆ ਹੋਇਆ ਹੈਗਾ ਤਾਂ ਇਹ ਪ੍ਰੈਜੈਂਟ ਦਾ ਟੈਂਸ ਆ, ਠੀਕ ਆ। ਤਾਂ ਇੱਥੇ ਆ ਜਾਊਗਾ ਹੋਮ। ਪੇਪਰ ਦੇ ਵਿੱਚ ਕੀ ਕਰਦੇ ਹੋ? ਫਿਰ ਤੁਸੀਂ ਰੋ ਕਿਉਂ ਰਹੇ ਸੀ ਲਿਖ ਦੇਣਗੇ, ਜਾਂ ਲਿਖ ਦੇਣਗੇ ਤੁਸੀਂ ਰੋਂਦੇ ਕਿਉਂ ਹੋ। ਕਿਉਂਕਿ ਦੇਖੋ ਆਰ ਲੱਗਿਆ ਹੋਇਆ ਤੇ ਬੀ ਵਰਬ ਦੀ ਫਸਟ ਫਾਰਮ ਦੇ ਨਾਲ ING ਲੱਗੀ ਹੋਈ ਆ, ਤਾਂ ਜਿਹੜਾ ਟੈਂਸ ਆ ਇਹ ਪ੍ਰੈਜੈਂਟ ਕੰਟੀਨਿਊਸ ਆ, ਤਾਂ ਇਸ ਕਰਕੇ ਇਹਦਾ ਆਨਸਰ ਇਹ ਵਾਲਾ ਹੋਊਗਾ, ਫਿਰ ਤੁਸੀਂ ਰੋ ਕਿਉਂ ਰਹੇ ਹੋ, ਠੀਕ ਹੈ। ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਿਆ ਕਰੋ, ਫਿਰ ਤੁਸੀਂ ਆਪਣੇ ਕੁਐਸਚਨ ਨੂੰ ਸਹੀ ਹੱਲ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਕਨਫਿਊਜ਼ ਹੋ ਜਾਵੋਗੇ, ਕਿਉਂਕਿ ਬਿਲਕੁਲ ਮਾਈਨਰ ਜਿਹਾ ਡਿਫਰੈਂਸ ਹੁੰਦਾ ਗਾ ਆਪਸ਼ਨਸ ਦੇ ਵਿੱਚ। ਅੱਗੇ ਗੱਲ ਕਰੀਏ, ਦੇ ਪੁੱਲਡ ਡਾਊਨ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ। ਉਹਨਾਂ ਨੇ ਹੈਪੀ ਪ੍ਰਿੰਸ ਦਾ ਬੁੱਤ ਹੇਠਾਂ ਡੇਗ ਦਿੱਤਾ। ਇਹ ਜੀ ਪਾਸਟ ਟੈਂਸ ਆ, ਵਰਬ ਦੀ ਸੈਕੰਡ ਫਾਰਮ ਲੱਗੀ ਹੋਈ ਆ, ਠੀਕ ਆ ਜੀ। ਪੁੱਲਡ ਡਾਊਨ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ, ਉਹਨਾਂ ਨੇ ਹੈਪੀ ਪ੍ਰਿੰਸ ਦਾ ਬੁੱਤ ਨੂੰ ਹੇਠਾਂ ਡੇਗ ਦਿੱਤਾ। ਥਰਡ, ਆਈ ਐਮ ਵੇਟਡ ਫॉर ਇਨ ਇਜਿਪਟ। ਮੇਰਾ ਮਿਸਰ ਵਿੱਚ ਇੰਤਜ਼ਾਰ ਹੁੰਦਾ ਹੈ। ਐਮ ਲੱਗਿਆ ਹੋਇਆ ਤਾਂ ਓਬਵੀਅਸ ਜੀ ਗੱਲ ਆ, ਹੈ ਆਊ, ਬਾਕੀ ਇਹ ਪੈਸਿਵ ਫਾਰਮ ਦੇ ਵਿੱਚ ਇਹ ਸੈਂਟੈਂਸ ਹੈ। ਨੈਕਸਟ, ਇਟ ਇਜ਼ ਵੈਰੀ ਕੋਲਡ ਹੇਅਰ। ਇੱਥੇ ਬਹੁਤ ਠੰਡ ਹੈ। ਦੇਖੋ ਇਜ਼ ਲੱਗਿਆ ਹੋਇਆ ਤਾਂ ਪ੍ਰੈਜ਼ੈਂਟ ਟੈਂਸ ਹੈ। ਕਈਆਂ ਸੈਂਟੈਂਸ ਦੇ ਵਿੱਚ ਇਜ਼, ਇੱਥੇ ਦਾ ਸੈਂਟੈਂਸ ਇਸੇ ਤਰ੍ਹਾਂ ਹੀ ਦਿੱਤਾ ਹੋਊ, ਤੁਹਾਨੂੰ ਲਿਖਿਆ ਹੋਊਗਾ ਇੱਥੇ ਬਹੁਤ ਠੰਡ ਸੀ ਬਿਲਕੁਲ ਵੀ ਨਹੀਂ ਆਉਂਦਾ, ਸੀ ਫਿਰ ਆਊ ਜੇ ਇੱਥੇ ਵਾਜਬਰ ਹੁੰਦਾ। ਅਗਰ ਇੱਥੇ ਇਜ਼ ਐਮ ਆਰ ਆਉਂਦਾ ਹੈ ਤਾਂ ਇਹ ਕਿਹਨੂੰ ਡਿਨੋਟ ਕਰਦਾ ਹੈ? ਪ੍ਰੈਜ਼ੈਂਟ ਟੈਂਸ ਭਾਵ ਹੈ। ਆਈ ਹੈਵ ਅ ਗੋਲਡਨ ਬੈਡਰੂਮ। ਮੇਰੇ ਕੋਲ ਸੌਣ ਵਾਲਾ ਕਮਰਾ, ਸੁਨਹਿਰੀ ਸੌਣ ਵਾਲਾ ਕਮਰਾ ਹੈ। ਆਈ ਹੈਵ ਏ ਗੋਲਡਨ ਬੈਡਰੂਮ। ਹੈਵ ਦਾ ਮਤਲਬ ਹੋਣਾ, ਕਿਸੇ ਚੀਜ਼ ਦਾ ਤੁਹਾਡੇ ਕੋਲ ਹੋਣਾ। ਨੈਕਸਟ, ਦੇयर इज़ नॉट ए सिंगल क्लाउड इन द सिटी। आसमान ਵਿੱਚ ਇੱਕ ਵੀ ਬੱਦਲ ਨਹੀਂ ਹੈ। then another drop fell। ਫਿਰ ਇੱਕ ਹੋਰ ਬੂੰਦ ਡਿੱਗ ਪਈ। ਦੇਖੋ fell ਸੈਕੰਡ ਫਾਰਮ ਵਰਬ ਦੀ, ਠੀਕ ਹੈ ਜੀ, ਮੀਨਸ past tense, past indefinite, ਠੀਕ ਹੈ ਜੀ। ਅੱਗੇ ਵਧਦੇ ਹਾਂ ਜੀ। ਮਾਈ ਕੋਰਟੀਅਰਸ ਕਾਲਡ ਮੀ ਦਾ ਹੈਪੀ ਪ੍ਰਿੰਸ। ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸਨ, ਠੀਕ ਹੈ। ਕਾਲਡ ਮੀ ਵਰਬ ਦੀ ਸੈਕੰਡ ਫਾਰਮ ਲੱਗੀ ਹੋਈ ਆ, ਭਾਵ ਪਾਸਟ ਟੈਂਸ ਦੀ ਗੱਲ ਹੋ ਰਹੀ ਹੈ। ਆਈ ਹੈਵ ਕਮ ਟੂ ਵਿਡ ਯੂ ਗੁੱਡ ਬਾਏ। ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ, ਠੀਕ ਹੈ ਜੀ। ਨੈਕਸਟ, ਹਾਊ ਹੰਗਰੀ ਵੀ ਆਰ। ਅਸੀਂ ਕਿੰਨੇ ਭੁੱਖੇ ਹਾਂ। ਬੜਾ ਇੰਪੋਰਟੈਂਟ। ਤਾਂ ਜੀ ਇਸ ਜੋ ਲੈਸਨ ਦੇ ਸਾਰੇ ਕੁਐਸਚਨ ਜੀ ਬਹੁਤ ਇੰਪੋਰਟੈਂਟ ਨੇ। ਤੁਹਾਨੂੰ ਆਬਜੈਕਟਿਵ ਟਾਈਪ ਵੀ ਵੇਖਣ ਨੂੰ ਮਿਲੇਗਾ ਪੇਪਰ ਦੇ ਵਿੱਚ, ਤੇ ਟਰਾਂਸਲੇਸ਼ਨ ਵੀ ਇਸ ਲੈਸਨ ਦੇ ਵਿੱਚੋਂ ਵੇਖਣ ਨੂੰ ਮਿਲੇਗੀ। ਤੇ ਹੁਣ ਅਸੀਂ ਮੂਵ ਕਰਦੇ ਹਾਂ ਸ਼ਾਰਟ ਆਨਸਰ ਟਾਈਪ ਕੁਐਸਚਨ ਦੀ ਤਰਫ।
ਜਿਹੜੇ ਕਿ ਤੁਹਾਡਾ ਇੱਕ ਕੁਐਸਚਨ 2 ਨੰਬਰ ਦਾ ਹੋਵੇਗਾ, ਇੱਕ ਕੁਐਸਚਨ 2 ਨੰਬਰ ਦਾ ਹੋਵੇਗਾ ਜੀ। ਚਲੋ ਸ਼ੁਰੂ ਕਰਦੇ ਹਾਂ ਜੀ। ਫਸਟ ਕੁਐਸਚਨ, ਵੇਅਰ ਡਿਡ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ ਸਟੈਂਡ? ਹੈਪੀ ਪ੍ਰਿੰਸ ਦਾ ਬੁੱਤ ਕਿੱਥੇ ਖੜਾ ਸੀ? ਤਾਂ ਇਟ ਸਟੁੱਡ ਔਨ ਏ ਟਾਲ ਕਾਲਮ ਔਰ ਟਾਲ ਪਿਲਰ। ਇਹ ਦੋਨੇ ਸ਼ਬਦਾਂ ਵਿੱਚ ਤੁਸੀਂ ਇੱਕ ਸ਼ਬਦ ਲਿਖ ਸਕਦੇ ਹੋ, ਕਿਉਂਕਿ ਹੈਪੀ ਪ੍ਰਿੰਸ ਦਾ ਜਿਹੜਾ ਸਟੈਚੂ ਸੀ ਨਾ ਉਹ ਇੱਕ ਬਹੁਤ ਉੱਚੇ ਥੜੇ ਦੇ ਉੱਤੇ ਉਹਨਾਂ ਨੇ ਬਣਾਇਆ ਹੋਇਆ ਸੀ। ਇਸ ਤਰ੍ਹਾਂ ਦਾ ਮਤਲਬ ਮੰਨ ਲਓ ਕਿ ਚਲੋ ਵੀ ਇਹ ਤੁਹਾਡਾ ਹੈਪੀ ਪ੍ਰਿੰਸ ਹੈ ਜੀ, ਤਾਂ ਜਿਹੜਾ ਕਿ ਉਹ ਇੱਕ ਬੜੇ ਉੱਚੇ ਥੜੇ ਦੇ ਉੱਪਰ ਜਿਹੜਾ ਕਿ ਉਹਨਾਂ ਨੇ ਉਹ ਜਿਹੜਾ ਕਿ ਹੈਪੀ ਪ੍ਰਿੰਸ ਦਾ ਸਟੈਚੂ ਸੀਗਾ ਉਹ ਬਣਾਇਆ ਹੋਇਆ ਸੀਗਾ। ਸੈਕਿੰਡ, ਹਾਊ ਵਾਜ ਦਾ ਸਟੈਚੂ ਡੈਕੋਰੇਟਡ? ਹੁਣ ਇਹ ਸਟੈਚੂ ਨੂੰ ਡੈਕੋਰੇਟ ਕਿੱਦਾਂ ਕੀਤਾ ਗਿਆ ਸੀਗਾ? ਇਟ ਵਾਜ ਡੈਕੋਰੇਟਡ ਵਿਦ ਗੋਲਡ ਐਂਡ ਰੈਡ ਰੂਬੀ। ਅੱਛਾ, ਨਾਲ ਇਹਦੇ ਤੁਸੀਂ ਹੋਰ ਵੀ ਯਾਦ ਰੱਖਿਓ, ਜੋ ਗੋਲਡ ਦੇ ਤਾਂ ਇਹਨਾਂ ਨੇ ਲੀਵਸ ਚੜਾਏ ਹੋਏ ਸੀਗੇ, ਠੀਕ ਆ ਜੀ। ਇਹਦੇ ਉੱਤੇ ਪੂਰਾ ਜਿਹੜਾ ਕਿ ਇਹ ਤੁਹਾਡਾ ਹੈਪੀ ਪ੍ਰਿੰਸ ਦਾ ਸਟੈਚੂ ਸੀ ਨਾ ਉਹ ਗੋਲਡ ਦੇ ਨਾਲ ਕਵਰ ਕੀਤਾ ਹੋਇਆ ਸੀ। ਸੈਕੰਡ, ਰੈਡ ਰੂਬੀ ਉਹਦੇ ਬੇਟਾ ਜਿਹੜੀ ਕਿ ਉਹਨੇ ਹੱਥ ਵਿੱਚ ਤਲਵਾਰ ਫੜੀ ਸੀ ਨਾ, ਉਹਨਾਂ ਦੇ ਹੈਪੀ ਪ੍ਰਿੰਸ ਦੀ ਤਲਵਾਰ ਸੀਗੀ ਜਿਹੜੀ ਉਹਦੇ ਹੱਥ ਦੇ ਵਿੱਚ, ਠੀਕ ਆ ਜੀ। ਤਾਂ ਉਹ ਸੀਗੀ ਉਹ ਸਾਰੀ ਉਹਦੇ ਜਿਹੜਾ ਮੁੱਠਾ ਸੀਗਾ, ਇਹ ਸਵੋਰਡ ਹਿਲਟ ਸੀਗਾ, ਉਹਦਾ ਮੁੱਠਾ ਹੁੰਦਾ ਤਲਵਾਰ ਦਾ, ਉਹਦੇ ਵਿੱਚ ਰੈਡ ਰੂਬੀ ਲੱਗੀ ਹੋਈ ਸੀ। ਤੇ ਉਹਦੀਆਂ ਅੱਖਾਂ ਦੇ ਵਿੱਚ ਇਹਨਾਂ ਨੇ ਮਿਸ ਕੀਤਾ ਹੋਇਆ ਇੱਥੇ, ਤਾਂ ਅੱਖਾਂ ਦੇ ਵਿੱਚ ਉਹਦੇ ਵਿੱਚ ਕੀ ਸੀਗਾ ਜੀ? ਸਫਾਇਰਜ਼ ਸੀਗਾ, ਠੀਕ ਹੈ, ਇਹ ਯਾਦ ਰੱਖਿਓ, ਸਫਾਇਰਜ਼, ਠੀਕ ਹੈ ਜੀ। 2 ਸਫਾਇਰਜ਼, ਠੀਕ ਹੈ, 2 ਸਫਾਇਰਜ਼ ਇਨ ਹਿਜ਼ ਆਈਜ਼, ਠੀਕ ਹੈ ਜੀ। ਉਹਦੀਆਂ ਅੱਖਾਂ ਦੇ ਵਿੱਚ ਬ੍ਰਾਈਟ ਸਫਾਇਰਜ਼ ਲੱਗੇ ਹੋਏ ਸੀ ਅੱਖਾਂ ਦੇ ਵਿੱਚ, ਠੀਕ ਹੈ ਜੀ। ਨੈਕਸਟ ਥਰਡ ਕੁਐਸਚਨ, ਵੇਅਰ ਵਾਜ ਦਾ ਸਵੈਲੋ ਗੋਇੰਗ? ਵੈਰੀ ਇੰਪੋਰਟੈਂਟ ਕੁਐਸਚਨ, ਅਕਸਰ ਹੀ ਪੇਪਰ ਦੇ ਵਿੱਚ ਇਹ ਫਸਟ 3 ਕੁਐਸਚਨ ਵੈਰੀ ਇੰਪੋਰਟੈਂਟ ਨੇ ਬੇਟਾ। ਵੇਅਰ ਵਾਜ ਦਾ ਸਵੈਲੋ ਗੋਇੰਗ? ਦਾ ਸਵੈਲੋ ਵਾਜ ਗੋਇੰਗ ਟੂ ਇਜਿਪਟ। ਬੜਾ ਸੌਖਾ ਆਨਸਰ ਆ, ਉਹ ਮਿਸਰ ਵੱਲ ਜਾ ਰਿਹਾ ਸੀ। ਪੰਜਾਬੀ ਦੇ ਵਿੱਚ ਇਜਿਪਟ ਨੂੰ ਕੀ ਕਹਿੰਦੇ ਨੇਗੇ? ਮਿਸਰ ਕਿਹਾ ਜਾਂਦਾ ਹੈ ਜੀ। ਨੈਕਸਟ, ਵਾਈ ਡਿਡ ਦਾ ਸਵੈਲੋ ਪੁੱਟ ਅਪ ਬਿਟਵੀਨ ਦਾ ਫੀਟ ਆਫ ਦਾ ਹੈਪੀ ਪ੍ਰਿੰਸ? ਕਹਿੰਦੇ ਹੈਪੀ ਪ੍ਰਿੰਸ ਦੇ ਜਿਹੜਾ ਕਿ ਸਵੈਲੋ ਸੀ ਉਹ ਇੱਥੇ ਪੈਰਾਂ ਦੇ ਵਿਚਾਲੇ ਕਿਉਂ ਬੈਠਾ? ਇੱਥੇ ਬੈਠਾ ਸੀ ਸਵੈਲੋ ਜੀ, ਠੀਕ ਹੈ ਜੀ। ਤਾਂ ਜੋ ਉਸਨੇ ਕਿਹਾ ਸੀ ਆਈ ਹੈਵ ਗੋਲਡਨ ਬੈਡਰੂਮ। ਹੁਣ ਜਦੋਂ ਉੱਪਰ ਦੇਖਦਾ ਸੀ ਕਹਿੰਦਾ ਮੇਰੇ ਕੋਲ ਸੁਨਹਿਰੀ ਕਮਰਾ ਹੈ, ਠੀਕ ਹੈ ਜੀ। ਬਿਕੋਜ਼ ਇਟ ਵਾਜ ਏ ਗੁੱਡ ਪੋਜੀਸ਼ਨ ਵਿਦ ਫਰੈਸ਼ ਏਅਰ, ਕਿਉਂਕਿ ਕਾਫੀ ਅੱਛੀ ਜਗ੍ਹਾ ਸੀ, ਇੱਥੋਂ ਹਵਾ ਵੀ ਕ੍ਰੋਸ ਹੁੰਦੀ ਸੀ। ਦੈਟ ਇਜ਼ ਵਾਈ ਉਹ ਕਹਿੰਦਾ ਸੀ ਵੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ। ਵੇਅਰ ਵਾਰ ਦਾ ਡ੍ਰੌਪਸ ਕਮਿੰਗ ਫਰੋਮ? ਡ੍ਰੌਪਸ ਕਿੱਥੋਂ ਆ ਰਹੀਆਂ ਸਨ, ਠੀਕ ਹੈ ਜੀ। ਦ ਡ੍ਰੌਪਸ ਵਰ ਕਮਿੰਗ ਫਰੋਮ ਦਾ ਆਈਜ਼ ਆਫ ਦਾ ਹੈਪੀ ਪ੍ਰਿੰਸ। ਉਹਦੀਆਂ ਅੱਖਾਂ ਦੇ ਵਿੱਚੋਂ ਰੋ ਰਿਹਾ ਸੀਗਾ, ਠੀਕ ਹੈ, ਤਾਂ ਕਰਕੇ ਉਸਦੀਆਂ ਡ੍ਰੌਪਸ ਉਹਦੀਆਂ ਅੱਖਾਂ ਦੇ ਵਿੱਚੋਂ ਡਿੱਗ ਰਹੀਆਂ ਸਨ। ਐਂਡ ਸਵੈਲੋ ਥੌਟ ਦੈਟ ਇਟ ਇਜ਼ ਰੇਨਿੰਗ ਬਟ ਦੇਅਰ ਇਜ਼ ਨੋ ਕਲਾਊਡ ਇਨ ਦਾ ਸਕਾਈ। ਹੀ ਵਾਜ ਵੰਡਰਸਟਰਕ। ਨੈਕਸਟ, ਵਾਈ ਵਾਜ ਦਾ ਹੈਪੀ ਪ੍ਰਿੰਸ ਕਰਾਇੰਗ? ਬਿਕੋਜ਼ ਹੀ ਕੁਡ ਸੀ ਦਾ ਪ੍ਰੋਬਲਮਸ ਆਫ ਦਾ ਪੀਪਲ। ਲੋਕਾਂ ਦੀਆਂ ਮੁਸੀਬਤਾਂ ਵੇਖ ਕੇ, ਕਿਉਂਕਿ ਉਹਨੂੰ ਉੱਚੇ ਬੜੇ ਥੰਮ ਦੇ ਉੱਪਰ ਖੜਾ ਕਰਤਾ ਸੀ, ਕਾਲਮ ਦੇ ਉੱਪਰ ਖੜਾ ਕੀਤਾ ਹੋਇਆ ਸੀ, ਇਸ ਕਰਕੇ ਉਹ ਪੂਰੇ ਸ਼ਹਿਰ ਦੇ ਗਰੀਬ ਲੋਕਾਂ ਦੀ ਜਿਹੜੀ ਪ੍ਰੋਬਲਮਸ ਦੇਖ ਰਿਹਾ ਸੀਗਾ। ਹੀ ਕੁਡ ਸੀ ਹੁੰਦਾ ਵੇਖਣਾ, ਪ੍ਰੋਬਲਮਸ ਵੇਖ ਸਕਦਾ ਸੀ, ਇਸ ਕਰਕੇ ਉਹ ਰੋ ਰਿਹਾ ਸੀ। ਪ੍ਰੋਬਲਮਸ ਲਿਖ ਸਕਦੇ ਹੋ ਬੇਟਾ, ਇਹਦੇ ਨਾਲ ਤੁਸੀਂ ਲਿਖ ਸਕਦੇ ਹੋ sorrows of poor people, ਠੀਕ ਹੈ ਜੀ, ਇਹ ਲਿਖ ਸਕਦੇ ਹੋ ਤੁਸੀਂ ਨਾਲ। ਨੈਕਸਟ 7th ਕੁਐਸਚਨ, ਡਿਸਕ੍ਰਾਈਬ ਦਾ ਸੀਮਸਟਸ ਇਨ ਦਾ ਵਰਡਸ ਆਫ ਦਾ ਹੈਪੀ ਪ੍ਰਿੰਸ। ਸ਼ੀ ਵਾਜ ਪੂਅਰ, ਹਰ ਫੇਸ ਵਾਜ ਥਿਨ। ਕਹਿੰਦੇ ਗਰੀਬ ਸੀਗੀ ਤੇ ਉਹਦਾ ਪਤਲਾ ਆ ਮੂੰਹ ਸੀਗਾ ਜੀ। ਵਾਈ ਸੀਮਸਟਸ ਬੇਟਾ ਦਰਜਨ ਹੁੰਦੀ ਆ, ਠੀਕ ਹੈ ਜੀ, ਦਰਜਨ ਇਨ ਦਾ ਸੈਂਸ ਵੀ ਇੱਕ ਟੇਲਰ ਹੁੰਦਾ, ਇੱਕ ਟੇਲਰ, ਠੀਕ ਹੈ, ਦਰਜੀ ਹੁੰਦਾ, ਤੇ ਉਹਦਾ ਆਪੋਜਿਟ ਜੇ ਫੀਮੇਲ ਹੋਵੇ ਤਾਂ ਆਪਾਂ ਕਹਾਂਗੇ ਦਰਜਨ। ਵਾਈ ਵਾਜ ਦਾ ਸੀਮਸਟਸ ਲਿਟਲ ਬॉय ਕ੍ਰਾਈਂਗ? ਉਹਦਾ ਇੱਕ ਨਿੱਕਾ ਜਿਹਾ ਬੱਚਾ ਸੀ ਜਿਹੜਾ ਪੰਘੂੜੇ ਦੇ ਵਿੱਚ ਪਿਆ ਸੀ, ਉਹ ਕਿਉਂ ਰੋ ਰਿਹਾ ਸੀ? ਬਿਕੋਜ਼ ਹੀ ਹੈਡ ਫੀਵਰ ਐਂਡ ਹੀ ਵਾਜ ਹੰਗਰੀ ਆਲਸੋ। ਤੇ ਉਹ ਕੀ ਮੰਗ ਕੀ ਰਿਹਾ ਸੀ? ਔਰੇਂਜਸ ਡਿਮਾਂਡ ਕਰ ਰਿਹਾ ਸੀ, ਔਰੇਂਜਸ, ਠੀਕ ਹੈ ਜੀ, ਔਰੇਂਜਸ ਮੰਗ ਰਿਹਾ ਸੀ। ਹਾਊ ਡਿਡ ਬੋਥ ਦਾ ਹੈਪੀ ਪ੍ਰਿੰਸ ਐਂਡ ਦਾ ਸਵੈਲੋ ਹੈਲਪ ਦਾ ਸੀਮਸਟ੍ਰੈਸ? ਹੈਪੀ ਪ੍ਰਿੰਸ ਤੇ ਸਵੈਲੋ ਨੇ ਕਿੱਦਾਂ ਮਦਦ ਕੀਤੀ? ਦੇ ਹੈਲਪਡ ਹਰ ਬਾਈ ਗਿਵਿੰਗ ਹਰ ਦਾ ਰੂਬੀ। ਉਹਨਾਂ ਨੇ ਬੇਟਾ ਰੂਬੀ ਕਿਹਨੂੰ ਦਿੱਤੀ ਸੀ? ਸੀਮਸਟ੍ਰੈਸ ਨੂੰ ਦਿੱਤੀ ਸੀ। ਸਾਰੇ ਬੱਚਿਆਂ ਨੇ ਯਾਦ ਰੱਖਣਾ ਹੈ, ਸੀਮਸਟ੍ਰੈਸ ਨੂੰ ਕੀ ਦਿੱਤਾ ਸੀ? ਰੂਬੀ। ਕਿੱਥੋਂ ਦਿੱਤੀ ਸੀ ਬੇਟਾ? ਦੈਟ ਵਾਜ ਇਨ ਹਿਜ਼ ਸਵੋਰਡ ਹਿਲਟ, ਜਿਹੜੀ ਕਿ ਉਹਦੇ ਤਲਵਾਰ ਦੇ ਮੁੱਠੇ ਦੇ ਵਿੱਚ ਲੱਗੀ ਸੀਗੀ। ਸੈਕੰਡ 10th ਕੁਐਸਚਨ, ਸੌਰੀ, ਵਾਈ ਡਿਡ ਦਾ ਸਵੈਲੋ ਫੀਲ ਵਾਰਮ? ਸਵੈਲੋ ਨੇ ਨਿੱਘਾ ਮਹਿਸੂਸ ਕਿਵੇਂ ਕੀਤਾ, ਕਿਉਂ ਕੀਤਾ? ਬਿਕੋਜ਼ ਹੀ ਹੈਡ ਡਨ ਏ ਗੁੱਡ ਐਕਸ਼ਨ, ਕਿਉਂਕਿ ਉਸਨੇ ਇੱਕ ਚੰਗਾ ਕੰਮ ਕੀਤਾ ਸੀ, ਇਸ ਕਰਕੇ ਉਹਨੂੰ
ਨਿੱਘਾ ਮਹਿਸੂਸ ਕੀਤਾ, ਗਰਮ ਮਹਿਸੂਸ ਕੀਤਾ, ਠੀਕ ਹੈ, ਬਿਕੋਜ਼ ਇਟ ਵਾਜ਼ ਸੋ ਕੋਲਡ ਦੇਅਰ। ਉੱਥੇ ਠੰਡ ਦਾ ਮੌਸਮ ਸੀ, ਪਰ ਉਹ ਜਦੋਂ ਉਸਨੇ ਸੀਮਸਟ੍ਰੈਸ ਦੀ ਹੈਲਪ ਕੀਤੀ ਤਾਂ ਉਸਨੇ ਹੈਪੀ ਪ੍ਰਿੰਸ ਨੂੰ ਦੱਸਿਆ ਕਿ ਉਹ ਹੀ ਵਾਜ਼ ਫੀਲਿੰਗ ਵਾਰਮ। then happy prince explained that because he had done a good action. Okay, next, what troubled the young man in the garret? ਹੁਣ ਜੀ ਸੈਕੰਡ ਜਿਹੜੀ ਸਟੋਰੀ ਆ ਜਾਂਦੀ ਹੈ ਉਹ ਯੰਗ ਮੈਨ ਦੀ ਆ ਜਾਂਦੀ ਹੈ। ਹੀ ਵਾਜ਼ ਏ ਪਲੇ ਰਾਈਟਰ, ਠੀਕ ਆ ਜੀ। ਯੰਗ ਮੈਨ ਕੌਣ ਸੀਗਾ ਜੀ? ਪਲੇ ਰਾਈਟਰ ਸੀਗਾ। ਠੀਕ ਆ ਜੀ, ਪਲੇ ਰਾਈਟ ਸੀਗਾ ਜਿਹੜਾ ਯੰਗ ਮੈਨ ਸੀਗਾ। ਤਾਂ ਉਹ ਇੱਕ ਨਾਵਲ ਲਿਖਣ ਦੀ ਕੋਸ਼ਿਸ਼ ਕਰਦਾ ਸੀ, ਪਲੇ ਲਿਖਣ ਦੀ, ਪਰ ਕਾਫੀ ਬਹੁਤ ਜ਼ਿਆਦਾ ਠੰਡ ਤੇ ਉਹ ਭੁੱਖਾ ਵੀ ਸੀ, ਠੀਕ ਹੈ ਜੀ। that is why he could not finish his play. then how was the young man helped? ਉਹ ਯੰਗ ਮੈਨ ਦੀ ਹੈਲਪ ਕਿਵੇਂ ਕੀਤੀ ਗਈ? he was helped with a sapphire. ਹਾਂਜੀ ਬੱਚਿਓ, ਇਹ ਆ ਗਿਆ ਸਫਾਇਰ। ਇੱਕ ਅੱਖ ਦੇ ਵਿੱਚੋਂ, ਉਹਦੀ ਇੱਕ ਅੱਖ ਦੇ ਵਿੱਚੋਂ ਜਿਹੜਾ ਸਫਾਇਰ ਸੀਗਾ ਹੈਪੀ ਪ੍ਰਿੰਸ ਨੇ ਪਲੱਕ ਆਊਟ ਕੀਤਾ ਸੀਗਾ, ਕੱਢਿਆ ਸੀਗਾ, ਅਤੇ ਉਹ ਕਿਸ ਨੂੰ ਦਿੱਤਾ ਸੀਗਾ? ਯੰਗ ਪਲੇ ਰਾਈਟਰ ਨੂੰ, ਠੀਕ ਆ ਜੀ। ਨੈਕਸਟ, ਵਾਈ ਵਾਜ ਦਾ ਮੈਚ ਗਰਲ ਕਰਾਈ? ਹੁਣ ਜਿਹੜੀ ਤੀਸਰੀ ਸਟੋਰੀ ਇਸ ਲੈਸਨ ਦੇ ਵਿੱਚ ਆਉਂਦੀ ਆ, ਤੀਸਰੀ ਪਰਸਨ ਦੀ ਜਿਸ ਨੇ ਹੈਲਪ ਕੀਤੀ ਸੀ, ਉਹ ਆ ਮੈਚ ਗਰਲ, ਠੀਕ ਆ ਜੀ। ਮੱਚ ਗਰਲ ਜਿਹਨੂੰ ਕਹਿ ਸਕਦੇ ਆ। ਉਹ ਕਿਉਂ ਰੋ ਰਹੀ ਸੀ? ਬਿਕੋਜ਼ ਹਰ ਮੈਚਸ ਵਰ ਸਪੋਇਲਡ, ਦੇ ਫੈਲ ਆਲ ਇਨ ਗਟਰ। ਇਹਦੀਆਂ ਜਿਹੜੀਆਂ ਮੈਚ ਸੀ ਨਾ ਬੱਚੇ ਨੇ ਵੇਚ ਰਹੇ ਸੀਗੇ, ਉਹਦੀਆਂ ਸਾਰੀਆਂ ਮੈਚਸ ਗਟਰ ਦੇ ਵਿੱਚ ਡਿੱਗ ਪਈਆਂ ਸੀ, ਜਿਸ ਕਰਕੇ ਉਹ ਸਾਰੀਆਂ ਸਪੋਇਲਡ ਹੋ ਚੁੱਕੀਆਂ ਸੀ, ਗੰਦੀਆਂ ਹੋ ਗਈਆਂ ਸੀ, ਜਿਸ ਕਰਕੇ ਉਹ ਰੋ ਰਹੀ ਸੀ, ਠੀਕ ਹੈ ਜੀ। ਦ ਸਵੈਲੋ ਸੇਡ ਟੂ ਦ ਪ੍ਰਿੰਸ ਐਂਡ ਦੈਨ because and how did the happy prince help the match girl? He gave her another sapphire. Sorry, another sapphire. ਦੇਖੋ ਇੱਕ ਸਫਾਇਰ ਤਾਂ ਜਿਹੜਾ ਤੁਹਾਡੇ ਯੰਗ ਮੈਨ ਨੂੰ ਦਿੱਤਾ ਸੀਗਾ ਜੀ, ਠੀਕ ਹੈ ਜੀ। ਤਾਂ ਜਿਹੜਾ ਦੂਸਰਾ ਸਫਾਇਰ ਸੀ ਨਾ, ਉਹ ਮੈਚ ਗਰਲ ਨੂੰ ਦਿੱਤਾ ਸੀਗਾ। ਇਹ ਯਾਦ ਰੱਖਿਓ ਪਿਆਰੇ ਬੱਚਿਓ। ਹੈਪੀ ਪ੍ਰਿੰਸ ਆਰਡਰ ਟੂ ਸਵੈਲੋ ਦਾ ਪਲੱਕ ਆਊਟ ਦਿਸ ਅਨਦਰ ਸਫਾਇਰ, ਠੀਕ ਹੈ ਜੀ। ਨੈਕਸਟ, ਦ ਸਵੈਲੋ ਸੇਡ ਟੂ ਦ ਪ੍ਰਿੰਸ ਆਈ ਵਿਲ ਸਟੇ ਵਿਦ ਯੂ ਆਲਵੇਜ਼। ਵਾਈ? ਸਵੈਲੋ ਨੇ ਇਹ ਗੱਲ ਕਿਉਂ ਕਹੀ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ? ਬਿਕੋਜ਼ ਹੈਪੀ ਪ੍ਰਿੰਸ ਵਾਜ਼ ਬਲਾਈਂਡ ਨਾਓ, ਕਿਉਂਕਿ ਹੈਪੀ ਪ੍ਰਿੰਸ ਹੈ ਜਿਹੜਾ ਉਹ ਅੰਨਾ ਹੋ ਚੁੱਕਿਆ ਸੀ, ਕਿਉਂਕਿ ਦੋਨੇ ਸਫਾਇਰਸ, ਇੱਕ ਸਫਾਇਰ ਯੰਗ ਪਲੇ ਰਾਈਟਰ ਨੂੰ ਦੇ ਦਿੱਤਾ ਗਿਆ ਸੀ, ਦੂਸਰਾ ਸਫਾਇਰ ਕਿਹਨੂੰ ਦਿੱਤਾ ਗਿਆ ਸੀਗਾ? ਮੱਚ ਗਰਲ ਨੂੰ। ਤੇ ਸਫਾਇਰ ਜੋ ਉਹਦੀਆਂ ਅੱਖਾਂ ਦੇ ਵਿੱਚ ਲੱਗੇ ਹੋਏ ਸੀ, ਤੇ ਹੁਣ ਦੋਨੇ ਸਫਾਇਰ ਜਦੋਂ ਦੇ ਚੁੱਕਿਆ ਤਾਂ ਇਟ ਮੀਨਸ ਹੈਪੀ ਪ੍ਰਿੰਸ ਨੂੰ ਦਿਖਾਈ ਦੇਣਾ ਬੰਦ ਹੋ ਗਿਆ, ਐਂਡ ਹੈਪੀ ਪ੍ਰਿੰਸ ਵਾਜ਼ ਟੋਟਲੀ ਬਲਾਈਂਡ ਨਾਓ। ਕੁਐਸਚਨ 15th, ਹਾਊ ਡਿਡ ਦ ਪੂਅਰ ਸਵੈਲੋ ਮੈਨੇਜ ਟੂ ਲਿਵ ਇਨ ਸੋ ਮਚ ਕੋਲਡ? ਹਾਂਜੀ, ਠੰਡ ਦਾ ਬੜਾ ਮੌਸਮ ਸੀਗਾ, ਇਸ ਕਰਕੇ ਸਵੈਲੋ ਜਿਹੜਾ ਸੀਗਾ ਉਹ ਕਿੱਦਾਂ ਮਤਲਬ ਇੰਨੀ ਜ਼ਿਆਦਾ ਠੰਡ ਦੇ ਵਿੱਚ ਰਿਹਾ। ਦ ਪੂਅਰ ਸਵੈਲੋ ਮੈਨੇਜ ਟੂ ਲਿਵ ਬਾਈ ਫਲੈਪਿੰਗ ਹਿਜ਼ ਵਿੰਗਸ। ਫਲੈਪਿੰਗ ਹੁੰਦਾ ਬੇਟਾ ਫੜਫੜਾਉਣਾ, ਫੜਫੜਾਉਣਾ, ਠੀਕ ਹੈ, ਫੜਫੜਾਉਣਾ, ਠੀਕ ਹੈ ਜੀ। ਆਪਣੇ ਖੰਭਾਂ ਨੂੰ ਫੜਫੜਾ ਕੇ ਆਪਣੇ ਆਪ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਐਂਡ ਦੈਨ ਅਨਦਰ ਥਿੰਗ ਹੀ ਡਿਡ, ਹੀ ਟੇਕ ਦ ਕ੍ਰਮਸ ਆਫ ਦ ਬ੍ਰੈਡ ਫਰੋਮ ਏ ਬੇਕਰੀ ਸ਼ੋਪ। ਉਹ ਜਿਹੜੇ ਛੋਟੇ ਛੋਟੇ ਟੁਕੜੇ ਬ੍ਰੈਡ ਦੇ ਚੁੱਕ ਕੇ ਖਾਂਦਾ ਸੀ ਤਾਂ ਕਿ ਉਹ ਆਪਣੇ ਆਪ ਨੂੰ ਗਰਮ ਰੱਖ ਸਕੇ। ਨੈਕਸਟ ਕੁਐਸਚਨ, ਵਾਈ ਵਾਈ ਦਾ ਸਟੈਚੂ ਆਫ ਦ ਹੈਪੀ ਪ੍ਰਿੰਸ ਪੁਲਡ ਡਾਊਨ? ਹੈਪੀ ਪ੍ਰਿੰਸ ਦੇ ਬੁੱਤ ਨੂੰ ਹੇਠਾਂ ਕਿਉਂ ਸਿੱਟ ਦਿੱਤਾ? ਬਿਕੋਜ਼ ਇਟ ਵਾਜ਼ ਨਾਟ ਬਿਊਟੀਫੁਲ ਨਾਓ, ਕਿਉਂਕਿ ਉਹ ਬਿਲਕੁਲ ਸੋਹਣਾ ਨਹੀਂ ਰਿਹਾ ਸੀ। ਦੇਖੋ ਜੀ ਬੱਚਿਓ, ਰੂਬੀ ਉਸਨੇ ਆਪਣੀ ਕਿਹਨੂੰ ਦਿੱਤੀ ਸੀਗੀ? ਸੀਮਸਟ੍ਰੈਸ ਨੂੰ। ਇੱਕ ਸਫਾਇਰ ਕਿਸ ਨੂੰ ਦਿੱਤਾ ਸੀਗਾ? ਯੰਗ ਪਲੇ ਰਾਈਟਰ ਨੂੰ। ਦੂਸਰਾ ਸਫਾਇਰ ਕਿਸ ਨੂੰ ਦਿੱਤਾ ਸੀਗਾ? ਮੈਚਸ ਗਰਲ ਨੂੰ। ਤੇ ਜੋ ਉਹਦੇ ਸੋਨੇ ਦੇ ਪੱਤਰੇ ਸੀ ਉਹ ਉਹਨੇ ਕਿਸੇ ਦੇ ਵਿੱਚ ਵੰਡ ਦਿੱਤੇ ਸੀਗੇ? ਪੂਅਰ ਪੀਪਲ ਦੇ ਵਿੱਚ, ਜਿਹੜੇ ਗਰੀਬ ਲੋਕ ਹੰਗਰੀ ਸੀ, ਠੀਕ ਹੈ, ਤੇ ਝੌਂਪੜੀਆਂ ਦੇ ਵਿੱਚ ਰਹਿੰਦੇ ਸੀਗੇ, ਠੀਕ ਹੈ। ਤਾਂ ਸਾਰੇ ਜਿਹੜੇ ਆਪਣਾ ਗੋਲਡ ਦੇ ਲੀਵਸ ਸੀਗੇ ਉਹ ਕਿਹਨਾਂ ਨੂੰ ਦੇ ਦਿੱਤੇ ਗਏ ਸੀ? ਉਹਨਾਂ ਗਰੀਬ ਤੇ ਜਿਹੜੇ ਲੋਕਾਂ ਨੂੰ ਉਹਨਾਂ ਦੇ ਵਿੱਚ ਵੰਡ ਦਿੱਤੇ ਗਏ ਸੀ, ਜਿਸ ਕਰਕੇ ਉਹ ਬਿਲਕੁਲ ਭੱਦਾ ਜਿਹਾ ਦਿਖਾਈ ਦੇਣ ਲੱਗਾ। ਵਟ ਆਰ ਦਾ ਟੂ ਮੋਸਟ ਪ੍ਰੈਸ਼ੀਅਸ ਥਿੰਗਸ ਇਨ ਦ ਸਿਟੀ? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਕਹਿੰਦੇ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਸ਼ਹਿਰ ਦੀਆਂ ਕਿਹੜੀਆਂ ਕਿਹੜੀਆਂ ਸਨ? ਤਾਂ ਜੀ ਇਹ ਹੈਗਾ ਦ ਲੈਡ ਹਾਰਟ ਆਫ ਦ ਹੈਪੀ ਪ੍ਰਿੰਸ। ਹੈਪੀ ਪ੍ਰਿੰਸ ਦਾ ਜਿਹੜਾ ਦਿਲ ਸੀ ਉਹ ਲੈਡ ਦਾ ਬਣਿਆ ਹੋਇਆ, ਸਿੱਕੇ ਦਾ ਬਣਿਆ ਹੋਇਆ ਸੀ। ਇੱਕ ਤਾਂ ਉਹ ਵਾਲਾ, ਤੇ ਦੂਸਰੀ ਸੀਗੀ ਜਿਹੜੀ ਦ ਡੈਡ ਸਵੈਲੋ, ਡੈਡ ਬੋਡੀ ਜਿਹੜੀ ਸਵੈਲੋ ਦੀ, ਇਹ ਦੂਸਰੀ ਕੀਮਤੀ ਚੀਜ਼ ਸੀਗਾ। ਵਰ ਦਾ ਟੂ ਮੋਸਟ ਪ੍ਰੈਸ਼ੀਅਸ ਥਿੰਗਸ
इन द सिटी। सो बेटा प्यारे बच्चों, उम्मीद है ਤੁਹਾਨੂੰ ਇਹ ਲੈਸਨ ਜੋ ਵੀਡੀਓ ਲੈਕਚਰ ਪਸੰਦ ਆਇਆ ਹੋਵੇਗਾ। ਇਸ ਨੂੰ ਅੱਗੇ ਕੰਟੀਨਿਊ ਕਰਾਂਗੇ, ਫਿਰ ਮਿਲਦੇ ਆ। ਅਗਰ ਤੁਹਾਨੂੰ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।